कि संविधान दे विच इस तरह का कुछ लिखिया गया कि तुसीं सिर दे उपर भी लाठी मार सकते हो या वार कर सकते हो। ਜਾਂਦੀ ਸਾਰੀ ਡਾਂਗ ਬਣਾਉਣੀ ਸ਼ੁਰੂ ਕਰ ਦੇਣੀ ਬਿਨਾਂ ਵਜ੍ਹਾ ਤੋਂ। ਇਹ ਕਨਸਟੀਟਿਊਸ਼ਨਲ ਨਹੀਂ ਸੀ ਜੀ ਹੈਗਾ। ਇਹਨਾਂ ਨੇ ਤਾਂ ਜਿਵੇਂ ਛੱਲੀਆਂ ਕੁੱਟੀ ਦੀਆਂ ਐਵੇਂ ਇਹਨਾਂ ਨੇ ਉੱਥੇ ਕਿਸਾਨ ਕੁੱਟੇ ਆ। ਸਿਰ ਤੇ ਲਾਠੀ ਚਾਰਜ ਕਰਨ ਦਾ ਮਤਲਬ ਨਹੀਂ ਸੀ ਜੀ। ਡਾਂਗਾਂ ਵੀ ਇਹਨਾਂ ਕੋਲ ਬਾਂਸ ਦੀਆਂ ਫੜੀਆਂ ਹੋਈਆਂ ਨੇ ਵੱਡੀਆਂ ਜੀ ਠੀਕ ਹੈ ਨਾ ਜੀ। ਉਹ ਜਿਹੜੀ ਡਾਂਗ ਸੀ ਉਹ ਲਾਠੀ ਚਾਰਜ ਵਾਲੀ ਡਾਂਗ ਨਹੀਂ ਸੀ ਹੈਗੀ। ਕਨਸਟੀਟਿਊਸ਼ਨ ਦੀ ਧੱਜੀਆਂ ਉੱਥੇ ਹੀ ਡਾਤੀਆਂ ਜਿੱਥੇ ਉਹ ਮਿੱਥ ਕੇ ਹੀ ਜਾ ਰਿਹਾ ਵੀ ਤੁਸੀਂ ਸਿਰ ਖੋਲ੍ਹਣੇ ਆ। ਜੋ ਕਿਸਾਨਾਂ ਨੂੰ ਕੁੱਟਿਆ ਗਿਆ ਇਹ ਬਿਲਕੁਲ ਤੁਗਲਕੀ ਔਰ ਤਾਲੀਬਾਨੀ ਫਰਮਾਨ ਸੀ। ਹੁਣ ਕਾਨੂੰਨ ਦੇ ਵਿੱਚ ਤਾਂ ਅਜਿਹਾ ਕੁਝ ਨਹੀਂ ਹੈ ਕਿ ਤੁਸੀਂ ਅਗਲੇ ਨੂੰ ਸਮਾਜ ਦੇ ਵਿੱਚੋਂ ਕੱਢਦੇ ਹੋ ਜਾਂ ਇਸ ਤਰ੍ਹਾਂ ਦਾ ਅਧਿਕਾਰ। ਫਿਰ ਇੱਥੇ ਤਾਂ ਕਿਤੇ ਕਿਸਾਨ ਯੂਨੀਅਨਾਂ ਦਾ ਇਹ ਫੈਸਲਾ ਤਾਂ ਨਹੀਂ ਕਿਤੇ ਗਲਤ ਹੋ ਗਿਆ। ਮੈਂ ਆਹ ਰੀਜ਼ਨ ਹੈ ਮੈਂ ਡਿਊਟੀ ਬੰਦ ਸੀਗਾ, ਮੈਂ ਕਿਸ ਤਰ੍ਹਾਂ ਸੀ। ਦੇਖੋ ਡਿਊਟੀ ਬੰਦ ਇਕੱਲਾ ਹਰਜਿੰਦਰ ਸਿੰਘ ਨਹੀਂ ਸੀ ਹੋਰ ਵੀ ਮੁਲਾਜ਼ਮ ਸੀਗੇ ਉੱਥੇ, ਹੋਰ ਵੀ ਮੁਲਾਜ਼ਮ ਸੀਗੇ, ਪਰ ਇਹ ਥੋੜ੍ਹਾ ਜ਼ਿਆਦਾ ਐਕਟਿਵ ਹੋਏ ਸੀਗਾ ਉੱਥੇ, ਤੇ ਇਸ ਲਈ ਲੋਕਾਂ ਦੀਆਂ ਫੀਲਿੰਗ ਤਾਂ ਹਟ ਹੋਈਆਂ ਨੇ। ਪ੍ਰਾਈਡ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ। ਮੈਂ ਸੰਸਾਰਦੀਪ। ਕੁਛ ਦਿਨ ਪਹਿਲਾਂ ਪੰਜਾਬ ਦੇ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਉੱਪਰ ਭਾਰੀ ਤਸ਼ੱਦਦ ਕੀਤਾ ਗਿਆ। ਕਿਸਾਨ ਵੱਡੀ ਗਿਣਤੀ ਦੇ ਵਿੱਚ ਜ਼ਖਮੀ ਵੀ ਹੋਏ ਨੇ। ਇੱਕ ਕਿਸਾਨ ਦੀ ਜਿਹੜੀ ਜਾਨ ਵੀ ਚਲੀ ਗਈ ਆ। ਉਸ ਘਟਨਾ ਨੂੰ ਲੈ ਕੇ ਪੁਲਿਸ ਦੇ ਪ੍ਰਤੀ ਜਾਂ ਪ੍ਰਸ਼ਾਸਨ ਦੇ ਪ੍ਰਤੀ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਸ ਤੋਂ ਅਗਲੇ ਦਿਨ ਹਰਿਆਣਾ ਦੇ ਦਿੱਗਜ ਕਿਸਾਨ ਨੇਤਾ ਗੁਰਨਾਮ ਸਿੰਘ ਜੀ ਚੜੂਨੀ ਦੀ ਇੱਕ ਕਾਲ 'ਤੇ ਸਾਰਾ ਹਰਿਆਣਾ ਜਾਮ ਕਰ ਦਿੱਤਾ ਗਿਆ ਸੀ। ਅਸੀਂ ਅੱਜ ਫਤਿਹਗੜ੍ਹ ਸਾਹਿਬ ਕਚਹਿਰੀਆਂ ਦੇ ਵਿੱਚ ਐਡਵੋਕੇਟ ਵੀਰਦਵਿੰਦਰ ਸਿੰਘ ਜੀ ਬਾਜਵਾ ਦੇ ਕੋਲ ਪਹੁੰਚੇ ਹਾਂ। ਇਹ ਸਾਰੇ ਮਸਲੇ ਦਾ ਕਾਨੂੰਨੀ ਪੱਖ ਜਿਹੜਾ ਜਾਣਨ ਦਾ ਕਿ ਕੀ ਪੁਲਿਸ ਦੇ ਕੋਲ ਅਧਿਕਾਰ ਹੈਗੇ ਨੇ, ਜੇਕਰ ਕੋਈ ਪ੍ਰੋਟੈਸਟ ਕਰਦਾ ਹੈ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਂਡਲ ਕਰਨਾ ਚਾਹੀਦਾ। ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ। ਸ਼ੁਕਰੀਆ ਜੀ, ਬਹੁਤ ਬਹੁਤ। ਬਾਜਵਾ ਸਾਹਿਬ, ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਕੁਝ ਦਿਨ ਪਹਿਲਾਂ ਹਰਿਆਣੇ ਦੇ ਵਿੱਚ। ਕੰਡੀਸ਼ਨਸ ਕੀ ਨੇ ਕਿ ਕਿਹੜੀ ਸਿਚੁਏਸ਼ਨ ਦੇ ਵਿੱਚ ਜੇ ਦੇਖੀਏ ਲਾਠੀ ਚਾਰਜ ਪੁਲਿਸ ਨੂੰ ਮੈਂਡੇਟਰੀ ਹੋ ਜਾਂਦਾ ਹੈ ਕਰਨਾ? ਦੇਖੋ, ਸਭ ਤੋਂ ਪਹਿਲਾਂ ਜਿਹੜੀ ਇਹ ਘਟਨਾ ਵਾਪਰੀ 28 ਤਰੀਕ ਦੀ ਜੀ, ਸਭ ਤੋਂ ਪਹਿਲਾਂ ਤਾਂ ਨਿੰਦਨਯੋਗ ਹੈ ਉਹ ਜੀ। ਅਨਕਨਸਟੀਟਿਊਸ਼ਨਲ ਕਹਾਂਗੇ ਆਪਾਂ, ਗੈਰ ਸੰਵਿਧਾਨਿਕ ਹੈ ਜਿਹੜੀ ਚੀਜ਼ ਜੀ, ਉਹ ਹੈਗੀ ਆ। ਇਹ ਇੱਕ ਨਿਹੱਥੇ, ਕਿਉਂਕਿ ਜਨਰਲ ਡਾਇਰ ਵਾਲਾ ਦੁਹਰਾਇਆ ਗਿਆ ਕੰਮ ਇਹ ਜੀ। ਇਹ ਤਾਂ ਚਲੋ ਇੱਕ ਇਮੋਸ਼ਨਲ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਉਹ ਆਪਾਂ ਕਹਿ ਲਈਆਂ ਵੀ ਹਾਂ ਇਹ ਕੰਮ ਹੋਇਆ ਇਸ ਤਰ੍ਹਾਂ ਦਾ। ਜਿਹੜਾ ਪ੍ਰਸ਼ਾਸਨ ਹੈ ਉਹਦੇ ਕੋਲ ਬਲ ਵਰਤਣ ਦਾ ਅਧਿਕਾਰ ਹੈ, ਕੋਈ ਸ਼ੱਕ ਨਹੀਂ, ਬਲ ਵਰਤਣ ਦਾ ਅਧਿਕਾਰ ਹੈ, ਪਰ ਉਹਦਾ ਇੱਕ ਪ੍ਰੋਟੋਕੋਲ ਹੈ। ਹਾਂਜੀ, ਪ੍ਰੋਟੋਕੋਲ ਹੀ ਜਾਣਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਕਿ ਉੱਥੇ ਸਿਰ ਤੱਕ ਵੀ ਪਾੜੇ ਗਏ ਨੇ। ਅਸਲ ਕਾਨੂੰਨ ਕੀ ਕਹਿੰਦਾ? ਜੇਕਰ ਤੁਹਾਨੂੰ ਮਜਬੂਰੀ ਵਸ ਲਾਠੀ ਚਾਰਜ ਜਾਂ ਕੁਝ ਇੱਦਾਂ ਦਾ ਕਰਨਾ ਪੈਂਦਾ ਤਾਂ ਕਾਨੂੰਨ ਕੀ ਕਹਿੰਦਾ? ਪਹਿਲੀ ਗੱਲ ਇਹ ਹੈ ਜੀ, ਜਿਵੇਂ ਵੀਡੀਓ ਕਲਿੱਪ ਵਾਇਰਲ ਹੋਈ ਹੈ, ਜਿਹੜੀ ਵੀਡੀਓ ਕਲਿੱਪ ਵਾਇਰਲ ਹੋਈ ਹੈ ਇੱਕ, ਵੀ ਆਪਣਾ ਜਿਹੜਾ IAS ਆਫੀਸਰ ਜਿਹੜਾ ਹੈਗਾ ਆਪਣਾ SDM ਸਾਹਿਬ, ਠੀਕ ਹੈ ਜੀ, ਉਹ ਜਿਹੜੀ ਫੋਰਸ ਖੜੀ ਹੈ ਉਹਨੂੰ ਜਾਣ ਤੋਂ ਪਹਿਲਾਂ ਹੀ ਉੱਥੇ ਕਹਿ ਰਿਹਾ ਵੀ ਤੁਸੀਂ ਇੱਥੇ ਕਿਸੇ ਨੂੰ ਆਉਣ ਨਹੀਂ ਦੇਣਾ, ਉਹ ਨਾਕੇ ਤੋਂ ਅੱਗੇ ਨਹੀਂ ਜਾਣ ਦੇਣਾ, ਠੀਕ ਹੈ ਜੀ। ਜੇ ਆਉਂਦੇ ਵੀ ਨਹੀਂ ਤਾਂ ਸਿਰ ਪਾੜ ਕੇ ਅੱਗੇ ਦੌੜਨੇ, ਠੀਕ ਹੈ ਨਾ। ਇੱਕ ਕਿਸਮ ਦਾ ਇਹ ਅਨਕਨਸਟੀਟਿਊਸ਼ਨਲ, ਕਲੀਅਰ ਕੱਟ ਅਨਕਨਸਟੀਟਿਊਸ਼ਨਲ ਜਿਹੜੀ ਗੱਲ ਹੈ, ਕਿਉਂਕਿ ਬਲ ਉੱਥੇ ਪ੍ਰਯੋਗ ਕਰਨਾ ਸੀ ਇਹਨਾਂ ਨੇ। ਜੇ ਜਾਂ ਤਾਂ ਅੱਗੋਂ ਹਿੰਸਾ ਕਰਦੇ ਉਹ, ਠੀਕ ਹੈ ਜੀ, ਉਹ ਇੱਕ ਸ਼ਾਂਤਮਈ ਤਰੀਕੇ ਨਾਲ ਬੈਠੇ ਆ, ਕਿਸਾਨ ਸ਼ਾਂਤਮਈ ਤਰੀਕੇ ਨਾਲ ਬੈਠੇ ਆ, ਪ੍ਰੋਟੈਸਟ ਕਰ ਰਹੇ ਆ। ਅੱਜ ਦਾ ਨਹੀਂ ਚੱਲ ਰਿਹਾ, ਬਹੁਤ ਦੇਰ ਦਾ ਚੱਲ ਰਿਹਾ, ਠੀਕ ਹੈ ਨਾ ਜੀ। ਇਹ ਯਾਰ ਗੱਲ ਵੀ ਹੈ ਕਿ ਜਿਵੇਂ ਕਾਲ ਹੈਗੀ ਹੈ ਇਹਨਾਂ ਦੀ, ਜਿਹੜਾ ਪ੍ਰਧਾਨ ਨੇ ਆਪਣੇ ਕਿਸਾਨ ਯੂਨੀਅਨ ਦੇ, ਉਹਨਾਂ ਦੇ ਕਹੇ ਦੇ ਅਨੁਸਾਰ ਜਿੱਥੇ ਨੇ ਹੁਣ ਸਾਡੇ ਫਤਿਹਗੜ੍ਹ ਸਾਹਿਬ ਇੱਥੇ ਰੋਜ਼ ਸ਼ਾਮ ਨੂੰ ਕਿਸਾਨ ਖੜ੍ਹਦੇ ਨੇ, ਪ੍ਰੋਟੈਸਟ ਕਰਦੇ। ਹਾਂ, ਉਹਨਾਂ ਨੇ ਇੱਕ ਰੱਖਿਆ ਹੋਇਆ ਵੀ ਜੇ ਤੁਸੀਂ ਪ੍ਰੋਟੈਸਟ ਨੂੰ ਮਤਲਬ ਕਿ ਸਪੋਰਟ ਕਰਦੇ ਹੋ ਤਾਂ ਹੌਰਨ ਵਜਾ ਕੇ ਲੰਘੋ ਗੱਡੀ ਦਾ। ਉਹ ਹੌਰਨ ਵਜਾ ਕੇ ਲੰਘਦੇ ਇੱਕ ਤਰੀਕਾ ਹੁੰਦਾ ਜੀ, ਠੀਕ ਹੈ ਨਾ। ਉਹ ਆਪਣੇ ਤਰੀਕੇ ਅਨੁਸਾਰ ਉੱਥੇ ਬੈਠੇ ਆ। ਜਾਂਦੀ ਸਾਰੀ ਡਾਂਗ ਬਣਾਉਣੀ ਸ਼ੁਰੂ ਕਰ ਦੇਣੀ ਬਿਨਾਂ ਵਜ੍ਹਾ ਤੋਂ, ਠੀਕ ਹੈ ਜੀ। ਕਿਸੇ ਸਿਰ 'ਚ ਨਹੀਂ ਕੋਈ। ਦੇਖੋ, ਪਹਿਲੀ ਗੱਲ ਤਾਂ ਇਹ ਹੈ, ਡਾਂਗ ਦਾ ਆਰਡਰ ਦੇਣਾ ਜਾਂ ਲਾਠੀ ਚਾਰਜ ਦਾ ਆਰਡਰ ਦੇਣਾ ਬਣਦਾ ਨਹੀਂ ਸੀ ਉੱਥੇ। ਹਾਂਜੀ, ਠੀਕ ਹੈ ਜੀ। ਨਾ ਤਾਂ ਉਹਨਾਂ ਨੂੰ ਔਰਲੀ ਅਪੀਲ ਕੀਤੀ ਗਈ ਹੈ, ਠੀਕ ਹੈ ਜੀ। ਹੁਣ ਇੰਨੇ ਬਿਆਨ ਆਏ ਨੇ, ਕਿਤੇ ਇਹ ਗੱਲ ਨਹੀਂ ਹੈਗੀ ਵੀ ਅਸੀਂ ਉਹਨਾਂ ਨੂੰ ਪਹਿਲਾਂ ਮੂੰਹ ਜ਼ਬਾਨੀ ਸਮਝਾਇਆ, ਅਸੀਂ ਫੋਰਸ ਵਰਤਣ ਤੋਂ ਪਹਿਲਾਂ ਤਰੀਕੇ ਨਾਲ, ਉਹ ਤਾਂ ਪਹਿਲਾਂ ਮਿੱਥ ਕੇ ਹੀ ਗਏ ਸੀ ਵੀ ਅਸੀਂ ਇਹ ਕੰਮ ਕਰਨਾ। ਅੱਛਾ, ਮਤਲਬ ਜੇਕਰ ਕੋਈ ਇੱਦਾਂ ਦੀ ਸਥਿਤੀ ਹੁੰਦੀ ਵੀ ਆ ਤਾਂ ਪੁਲਿਸ ਵੱਲੋਂ ਜਾਂ ਹੋਰ ਪ੍ਰਸ਼ਾਸਨ ਵੱਲੋਂ ਪਹਿਲਾਂ ਵਾਰਨਿੰਗ ਦੇਣੀ, ਪ੍ਰਦਰਸ਼ਨਕਾਰੀਆਂ ਨੂੰ ਵਾਰਨਿੰਗ ਦੇਣਾ ਬਣਦਾ ਕਿ ਉਹਨਾਂ ਨੂੰ ਪਹਿਲਾਂ ਦੱਸਿਆ ਜਾਵੇ। ਬਿਲਕੁਲ, ਪਹਿਲਾਂ ਵਾਰਨਿੰਗ ਦਿਓ, ਠੀਕ ਹੈ ਨਾ ਜੀ। ਵਾਰਨਿੰਗ ਉਹਨਾਂ ਨੂੰ ਕੋਈ ਨਹੀਂ ਦਿੱਤੀ ਗਈ ਜੀ ਉੱਥੇ, ਠੀਕ ਹੈ ਜੀ। ਬੈਠੇ ਨੇ ਉਹ, ਪ੍ਰੋਟੈਸਟ ਕਰ ਰਹੇ ਨੇ। ਚਲੋ ਇੱਕ ਮਿੰਟ ਵਾਸਤੇ ਆਪਾਂ ਮੰਨ ਲਿਆ ਵੀ ਇਹਨਾਂ ਨੂੰ ਬਲ ਪ੍ਰਯੋਗ ਕਰਨਾ ਪੈ ਗਿਆ। ਇਹ ਕਨਸਟੀਟਿਊਸ਼ਨਲ ਨਹੀਂ ਸੀ ਜੀ ਹੈਗਾ।
ਉਹ ਤੁਹਾਡੀਆਂ ਲੱਤਾਂ ਤੇ ਮਾਰ ਸਕਦੇ ਨੇ, ਕਿਉਂਕਿ ਇਹਨਾਂ ਕੋਲ ਪਲਾਸਟਿਕ ਦੇ ਜਾਂ ਬੈਂਤ ਦੇ ਡੰਡੇ ਹੁੰਦੇ ਨੇ, ਠੀਕ ਹੈ ਜੀ। ਹਾਂ ਜੀ, ਉਹ ਲੱਤਾਂ ਤੇ ਮਾਰੋ, ਪਿੰਨੀਆਂ ਤੇ ਮਾਰੋ, ਜਿੱਥੇ ਹੱਡੀ ਨੂੰ ਕੋਈ ਨੁਕਸਾਨ ਨਾ ਹੋਵੇ, ਠੀਕ ਹੈ ਨਾ ਜੀ। ਇਹਨਾਂ ਨੇ ਤਾਂ ਜਿਵੇਂ ਛੱਲੀਆਂ ਕੁੱਟੀ ਦੀਆਂ, ਐਵੇਂ ਇਹਨਾਂ ਨੇ ਉੱਥੇ ਕਿਸਾਨ ਕੁੱਟੇ ਆ, ਨੱਕ ਟੁੱਟੇ ਆ ਕਈਆਂ ਦੇ, ਇੱਕ ਡੈਥ ਹੋਈ ਹੈ ਜੀ ਕਿਸਾਨ ਦੀ, ਇੱਕ ਰੌਸ਼ਨੀ ਵੀ ਚਲੇ ਗਈ ਹੈਗੀ, ਅੱਖਾਂ ਦੀ ਰੌਸ਼ਨੀ। ਇੱਕ ਹੁੰਦਾ ਅੰਨ੍ਹੇਵਾਹ ਕੁੱਟਣਾ, ਉਹ ਚੀਜ਼ ਆਪਾਂ ਕਹਾਂਗੇ। ਉੱਥੇ ਕੋਈ ਪ੍ਰੋਟੋਕੋਲ ਫੋਲੋ ਨਹੀਂ ਕੀਤਾ ਗਿਆ। ਪ੍ਰੋਟੋਕੋਲ ਕੀ ਹੈ ਵੀ ਦੇਖੋ, ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ ਵੀ ਤੁਸੀਂ ਲਾਠੀ ਚਾਰਜ ਕਰਨਾ ਤਾਂ ਕਿੱਥੇ ਕਿੱਥੇ ਮਾਰਨੀ ਹੈ। ਬੰਦੇ ਨੂੰ ਇੰਟੈਰੋਗੇਟ ਕਰਦੇ ਆ, ਉੱਥੇ ਵੀ ਉੱਥੇ ਲੱਤਾਂ ਬਾਹਾਂ ਤੋੜ ਕੇ ਤਾਂ ਨਹੀਂ ਥਾਣੇ 'ਚੋਂ ਬਾਹਰ ਭੇਜਦੇ ਉਹਨੂੰ। ਜੇ ਇੰਟੈਰੋਗੇਟ ਕਰਦੇ ਆ ਤਾਂ ਉਹ ਤਰੀਕੇ ਨਾਲ ਹੀ ਉਹਨੂੰ ਇੰਟੈਰੋਗੇਟ ਕਰਦੇ ਆ ਨਾ, ਵੀ ਇੱਥੇ ਆ ਜੀ। ਉਹੀ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ ਵੀ ਤੁਸੀਂ ਕਿੱਥੇ ਕਿੱਥੇ ਕਿਵੇਂ ਕਿਵੇਂ ਮਾਰਨੀ ਹੈ ਸੱਟ। ਉਹ ਤੋਂ ਬਾਅਦ ਜਿਵੇਂ ਉੱਤੇ ਇਹਨਾਂ ਨੇ ਆਪਣੀ ਬੋਡੀ ਦੇ ਉੱਤੇ ਮਾਰੀ ਹੈ, ਠੀਕ ਹੈ ਜੀ, ਨੱਕ ਟੇਕਦੇ ਜੀ, ਸਿਰ ਤੇ ਲਾਠੀ ਚਾਰਜ ਕਰਨ ਦਾ ਮਤਲਬ ਨਹੀਂ ਸੀ ਕੋਈ। ਸੰਵਿਧਾਨ ਦੇ ਵਿੱਚ ਇਹੀ ਸਵਾਲ ਸੀ ਮੇਰਾ ਕਿ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਲਿਖਿਆ ਗਿਆ ਕਿ ਤੁਸੀਂ ਸਿਰ ਦੇ ਉੱਪਰ ਵੀ ਲਾਠੀ ਮਾਰ ਸਕਦੇ ਹੋ ਜਾਂ ਵਾਰ ਕਰ ਸਕਦੇ ਹੋ, ਜਦ ਕਿ ਸਿਰ ਤੇ ਮਾਰਨ ਦੇ ਨਾਲ ਜਾਨ ਤੱਕ ਵੀ ਜਾ ਸਕਦੀ, ਇੱਕ ਕਿਸਾਨ ਦੀ ਚਲੇ ਵੀ ਗਈ ਆ। ਦੇਖੋ ਇੱਥੇ ਸੰਵਿਧਾਨ ਦੀ ਗੱਲ ਨਹੀਂ, ਸੰਵਿਧਾਨ 'ਚ ਇਹ ਚੀਜ਼ਾਂ ਕਲੀਅਰ ਕੱਟ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਉਹਦੇ ਵਿੱਚ ਇੰਨੀਆਂ ਗੱਲਾਂ ਜ਼ਰੂਰ ਨੇ। ਪ੍ਰੋਟੈਸਟ ਕਰਨ ਦਾ ਅਧਿਕਾਰ ਆ ਤੁਹਾਨੂੰ, ਸ਼ਾਂਤਮਈ। ਹਾਂ, ਜਿਹੜੇ ਇਹ ਪ੍ਰੋਟੋਕੋਲ ਬਣੇ ਨੇ, ਜਿਹੜੇ ਪੁਲਿਸ ਰੂਲਸ ਬਣੇ ਹੋਏ ਨੇ, ਜਾਂ ਅਦਰਵਾਈਜ਼ ਦੇ ਜਿਹੜੇ ਪ੍ਰਸ਼ਾਸਨ ਦੇ ਪ੍ਰੋਟੋਕੋਲ ਬਣੇ ਹੋਏ ਨੇ, ਉਹਦੇ ਵਿੱਚ ਇਹ ਚੀਜ਼ਾਂ ਜ਼ਰੂਰ ਦਰਜ ਨੇ ਵੀ ਤੁਸੀਂ ਕਿਸੇ ਵਾਈਟਲ ਪਾਰਟ ਦੇ ਉੱਤੇ ਕਿਸੇ ਕਿਸਮ ਦੀ ਕੋਈ ਸੱਟ ਨਹੀਂ ਮਾਰਨੀ। ਵਾਈਟਲ ਪਾਰਟ ਤੁਹਾਡਾ ਸਿਰ ਹੋ ਗਿਆ ਜੀ, ਠੀਕ ਹੈ ਜੀ। ਡਾਂਗਾਂ ਨੇ, ਡਾਂਗਾਂ ਵੀ ਇਹਨਾਂ ਕੋਲ ਬਾਂਸ ਦੀਆਂ ਫੜੀਆਂ ਹੋਈਆਂ ਨੇ ਵੱਡੀਆਂ ਵੱਡੀਆਂ ਜੀ, ਠੀਕ ਹੈ ਨਾ ਜੀ। ਉਹ ਜਿਹੜੀ ਡਾਂਗ ਸੀ ਉਹ ਲਾਠੀ ਚਾਰਜ ਵਾਲੀ ਡਾਂਗ ਨਹੀਂ ਸੀ ਹੈਗੀ। ਅੱਛਾ, ਇਹ ਡਾਂਗ ਦਾ ਵੀ ਕੁਝ ਹੁੰਦਾ ਹੈ ਕੁਝ ਕਿ ਇਸ ਤਰ੍ਹਾਂ ਦੀ ਡਾਂਗ ਚਾਹੀਦੀ, ਇਹ ਵੈਰਾਈਟੀ ਦੀ ਚਾਹੀਦੀ, ਜਾਂ ਇਹ ਧਾਤੂ ਦੀ ਚਾਹੀਦੀ ਡਾਂਗ ਆਪਾਂ ਨੂੰ? ਦੇਖੋ ਹੁਣ ਇਹ ਤਾਂ ਰਾੜਾਂ ਲੈ ਕੇ ਵੀ ਜਾ ਸਕਦੇ ਆ ਉਸ ਹਿਸਾਬ ਨਾਲ। ਹਰੇਕ ਚੀਜ਼ ਦਾ ਪ੍ਰੋਟੋਕੋਲ ਹੈ ਜੀ, ਠੀਕ ਹੈ ਨਾ। ਬਰਤਨ ਨੂੰ ਫੋਲੋ ਕਰਦੇ ਨੇ ਨਹੀਂ ਕਰਦੇ ਉਹ ਬਾਅਦ ਦੀ ਗੱਲ ਹੈ, ਪਰ ਪ੍ਰੋਟੋਕੋਲ ਹਰੇਕ ਚੀਜ਼ ਦਾ। ਪ੍ਰੋਟੋਕੋਲ ਕੀ ਹੈ? ਦੇਖੋ ਪ੍ਰੋਟੋਕੋਲ ਤਾਂ ਇੱਥੋਂ ਤੱਕ ਹੈ ਵੀ ਇੱਕ ਜਿਹੜਾ ਪੁਲਿਸ ਆਫਿਸਰ ਹੈ ਉਹਦੀ ਜਿਹੜੀ ਲੈਂਥ ਔਰ ਮੇਜਰਮੈਂਟ ਹੈ ਜਿਹੜੀ ਉਹਦੀ ਵਰਦੀ ਦੀ, ਉਹ ਵੀ ਉਹਨਾਂ ਦੱਸੀ ਹੋਈ ਹੈ ਵੀ ਮੂਹਰੀ ਉਹਦੀ ਕਿੰਨੀ ਹੈ, ਕਿੰਨੀ ਕੁ ਉਹਨੇ ਪੁਆਇੰਟ ਪਾਉਣੀ ਆ। ਇੱਥੋਂ ਤੱਕ ਪ੍ਰੋਟੋਕੋਲ ਪਏ ਨੇ ਤੇ ਇੱਕ ਰੂਲ ਹੁੰਦਾ, ਰੂਲ ਦੇ ਮੁਤਾਬਕ ਉੱਥੇ ਕੁਝ ਨਹੀਂ ਹੋਇਆ। ਇਹਨਾਂ ਨੇ ਕੋਈ ਪ੍ਰੋਟੋਕੋਲ ਫੋਲੋ ਨਹੀਂ ਕੀਤਾ, ਇਹਨਾਂ ਨੇ ਕੌਂਸਟੀਟਿਊਸ਼ਨ ਫੋਲੋ ਨਹੀਂ ਕੀਤਾ, ਠੀਕ ਹੈ ਜੀ। ਪਹਿਲੀ ਗੱਲ, ਉਹ ਕੌਂਸਟੀਟਿਊਸ਼ਨ ਦੀ ਧੱਜੀਆਂ ਉੱਥੇ ਹੀ ਡਾਤੀਆਂ ਜਿੱਥੇ ਉਹ ਮਿੱਥ ਕੇ ਹੀ ਜਾ ਰਿਹਾ ਵੀ ਤੁਸੀਂ ਸਿਰ ਖੋਲ੍ਹਣੇ ਆ ਉਹਦੇ। ਸਰ ਇਹੀ ਸਵਾਲ ਖੜਾ ਹੁੰਦਾ ਕਿ ਆਪਾਂ ਛੋਟੇ ਅਧਿਕਾਰੀਆਂ ਦੀ ਗੱਲ ਨਾ ਕਰੀਏ, ਇੱਕ ਸਿਪਾਹੀ ਦੀ ਜਾਂ ਇੱਕ ਹੌਲਦਾਰ ਦੀ, ਪੁਲਿਸ ਵਾਲੇ ਦੀ ਆਪਾਂ ਗੱਲ ਨਾ ਕਰੀਏ, ਆਪਾਂ ਸੀਨੀਅਰ IPS IAS ਆਫਿਸਰ ਸਾਹਿਬਾਨਾਂ ਦੀ ਗੱਲ ਕਰੀਏ। ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ, ਕਿਉਂਕਿ ਜ਼ਿਆਦਾ ਪੜ੍ਹੇ ਲਿਖੇ ਨੇ, ਜ਼ਿਆਦਾ ਐਜੂਕੇਟਡ ਹੈਗੇ ਨੇ, ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਪੁਲਿਸ ਨੂੰ ਇੰਸਟਰਕਸ਼ਨਸ ਦਿੰਦੇ ਆ ਕਿ ਘੱਟ ਤੋਂ ਘੱਟ ਬਲ ਪ੍ਰਯੋਗ ਕਰਕੇ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ, ਤੁਸੀਂ ਇਸ ਤਰੀਕੇ ਦੇ ਨਾਲ ਟੀਅਰ ਗੈਸ ਛੱਡ ਕੇ ਜਾਂ ਵਾਟਰ ਕੈਨਨ ਇਸਤੇਮਾਲ ਕਰਕੇ ਤੁਸੀਂ ਇਹਨਾਂ ਨੂੰ ਤਿੱਤਰ ਬਿੱਤਰ ਕਰ ਸਕਦੇ ਹੋ। ਦੇਖੋ ਉਹੀ ਚੀਜ਼ਾਂ ਉਹ ਆਪਾਂ ਉੱਥੇ ਉਹੀ ਗੱਲ ਕਰ ਰਹੇ ਹਾਂ ਵੀ ਜਿਹੜਾ ਅਨਕੌਂਸਟੀਟਿਊਸ਼ਨਲ ਉੱਥੇ ਕਾਰਵਾਈ ਹੋਈ ਹੈ 28 ਤਰੀਕ ਨੂੰ। ਹੁਣ ਇੱਕ IAS ਆਫਿਸਰ ਹੈ, ਇੱਕ ਜਿਹੜਾ IAS ਪਹੁੰਚਿਆ ਜੀ, ਉਹਦੀ ਤੁਸੀਂ ਹਿਸਾਬ ਲਾ ਲਓ। ਇੱਕ IAS ਆਫਿਸਰ ਜਿਹੜਾ ਬਣ ਕੇ ਆਉਂਦਾ ਹੈ ਉਹਦੀ ਨੌਲੇਜ ਕਿੰਨੀ ਹੈ? ਬਿਲਕੁਲ, ਠੀਕ ਹੈ ਜੀ। ਔਰ ਹਰ ਪਾਸੇ ਤੋਂ ਪਰਫੈਕਟ ਆ ਉਹ। ਕੀ ਉਹਨੂੰ ਇੰਨੀ ਕੁ ਗੱਲ ਨਹੀਂ ਪਤਾ ਵੀ ਮੈਂ ਇਹਨਾਂ ਨੂੰ ਕੀ ਆਰਡਰ ਦੇ ਰਿਹਾ? ਠੀਕ ਹੈ ਜੀ। ਇਹਨਾਂ ਕੋਲ ਵਾਟਰ ਕੈਨਨ ਅੱਗੇ ਨਹੀਂ ਇਹਨਾਂ ਨੇ ਚਲਾਈ ਹੈਗੀ, ਹਰਿਆਣੇ ਵਾਲਿਆਂ ਨੇ। ਇਹਨਾਂ ਨੇ ਅਥਰੂ ਗੈਸ ਅੱਗੇ ਨਹੀਂ ਸੁੱਟੀ ਹੈਗੀ, ਉਹ ਵੀ ਯੂਜ਼ ਕਰ ਸਕਦੇ, ਬਿਲਕੁਲ ਯੂਜ਼ ਕਰ ਸਕਦੇ ਸੀ ਜੀ, ਬਿਲਕੁਲ ਯੂਜ਼ ਕਰ ਸਕਦੇ ਸੀਗੇ। ਔਰ ਉੱਥੇ ਇੰਨੀ ਤਾਂ ਉੱਥੇ ਕਿਸਾਨ ਦੀ ਸਟਰੈਂਥ ਹੈ ਨਹੀਂ ਸੀ ਜਿੰਨੀ ਉੱਥੇ ਇਹਨਾਂ ਨੇ ਫੋਰਸ ਪਹੁੰਚਾਤੀ ਸੀਗੀ। ਇਹ ਤਾਂ ਮਿੱਥ ਕੇ ਗਏ ਸੀ ਵੀ ਅੱਜ ਇਹ ਕੁੱਟਣੇ ਆ, ਠੀਕ ਹੈ ਜੀ। ਇਹ ਹੁਣ ਰੱਬ ਜਾਣਦਾ ਵੀ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਗੱਲ ਹੈ, ਕੀ ਬਾਤ ਹੈ। ਪਰ ਜਿਹੜੀ 28 ਤਰੀਕ ਗੱਲ ਹੋਈ ਹੈ, ਜੋ ਕਿਸਾਨਾਂ ਨੂੰ ਕੁੱਟਿਆ ਗਿਆ, ਇਹ ਬਿਲਕੁਲ ਤੁਗਲਕੀ ਔਰ ਤਾਲੀਬਾਨੀ ਫਰਮਾਨ ਸੀ ਇਹ। ਅੱਛਾ ਬਾਜਵਾ ਸਾਹਿਬ, ਗੱਲ ਇਹ ਆ ਕਿ ਕਾਫੀ ਲੋਕਾਂ ਦੇ, ਸਾਡੇ ਦਰਸ਼ਕਾਂ ਦੇ ਸਵਾਲ ਸੀਗੇ ਕਿ ਵਕੀਲ ਸਾਹਿਬ ਦੇ ਨਾਲ ਗੱਲ ਤੁਸੀਂ ਇਹ ਜ਼ਰੂਰ ਕਰਨੀ ਕਿ ਜਦੋਂ ਪੁਲਿਸ ਲਾਠੀ ਚਾਰਜ ਕਰਦੀ, ਸਿਰ ਦੇ ਵਿੱਚ ਨਹੀਂ ਮਾਰ ਸਕਦੇ ਹੈਗੇ, ਤੁਸੀਂ ਦੱਸਿਆ ਕਿਹੜੇ ਪੁਆਇੰਟ ਤੋਂ ਲੈ ਕੇ ਤਿੱਤਰ ਬਿੱਤਰ ਕਰਨ ਲਈ ਕਿੱਥੇ ਤੱਕ ਜਿਹੜੀ ਆ ਲਾਠੀਆਂ ਜਾਂ ਕਿਹੜੇ ਫਾਈਬਰ ਦੀਆਂ ਚਾਹੀਦੀਆਂ ਨੇ, ਕਿਹੜੀ ਧਾਤੂ ਦੀਆਂ ਆਪਾਂ ਨੂੰ ਲਾਠੀਆਂ ਚਾਹੀਦੀਆਂ ਨੇ, ਕਿੱਥੇ ਤੱਕ ਆਪਾਂ ਵਾਰ ਕਰ ਸਕਦੇ ਹੈਗੇ, ਪੁਲਿਸ ਕੋਲ ਕੀ ਅਧਿਕਾਰ ਨੇ? ਦੇਖੋ ਅਧਿਕਾਰ ਇਸ ਤਰ੍ਹਾਂ ਵੀ ਜਿਹੜਾ ਵਾਈਟਲ ਪਾਰਟ ਹੈ ਉਹ ਤਾਂ ਐਗਜ਼ੈਂਪਟਡ ਹੈ ਜੀ, ਬਿਲਕੁਲ ਐਗਜ਼ੈਂਪਟਡ ਹੈ। ਹੁਣ ਇਹਨਾਂ ਕੋਲ ਪਲਾਸਟਿਕ ਦੀਆਂ ਫੁੱਟੀਆਂ ਨੇ ਜਾਂ ਹੁੰਦੀਆਂ ਸਿੰਪਲ ਬੈਂਤ ਦੀ, ਠੀਕ ਹੈ ਜੀ। ਸਿੰਪਲ ਬੈਂਤ ਹੁੰਦੀ ਹੈ ਜਿਹਦੇ ਨਾਲ ਬਹੁਤੀ ਸੱਟ ਨਹੀਂ ਲੱਗਦੀ, ਠੀਕ ਹੈ ਜੀ। ਮਤਲਬ ਘੱਟ ਤੋਂ ਘੱਟ ਜਿਹੜਾ ਇੱਕ ਵਿਕਟਿਮ ਦਾ ਇੱਕ ਘੱਟ ਤੋਂ ਘੱਟ ਨੁਕਸਾਨ ਹੋਵੇ। ਜੇ ਤੁਸੀਂ ਪੂਰਾ ਬਲ ਵੀ ਯੂਜ਼ ਕਰਦੇ ਉਹਦੇ ਵਿੱਚ ਤਾਂ ਉਹਦੇ ਵਿੱਚ ਬਹੁਤੀ ਉਹ ਨਹੀਂ ਲੱਗਦੀ ਹੈਗੀ। ਪਿੰਨੀਆਂ ਤੇ ਮਾਰਦੇ ਆ, ਪਿੱਛੇ ਲੱਕ ਤੇ ਵੀ ਕਈ ਵਾਰੀ ਮਾਰ ਦਿੰਦੇ ਆ ਜੀ, ਠੀਕ ਹੈ ਨਾ ਜੀ। ਪਰ ਹੁਣ ਤੁਸੀਂ ਬੰਦੇ ਦੀ ਛਾਤੀਆਂ ਕੁੱਟਣੀਆਂ ਜਦੋਂ, ਠੀਕ ਆ, ਆਪ ਤਾਂ ਤੁਸੀਂ ਬਿਲਕੁਲ ਬੰਕਰ ਬੰਦ ਹੋ ਕੇ ਆਏ ਹੋਏ ਹੋ, ਉਹ ਨਿਹੱਥੇ ਖੜੇ ਨੇ ਤੁਹਾਡੇ ਅੱਗੇ। ਤੁਹਾਡੇ ਕੋਲ ਜਦੋਂ ਲੱਤ ਤੇ ਮਾਰਨ ਦਾ ਤੁਹਾਡੇ ਕੋਲ
ਅਧਿਕਾਰ ਹੈ। ਠੀਕ ਹੈ ਜੀ, ਉਹਦੀ ਐਸੀ ਜਗ੍ਹਾ ਤੇ ਮਾਰਨ ਦਾ ਅਧਿਕਾਰ ਹੈ ਜਿੱਥੇ ਉਹਨੂੰ ਹਾਰਮ ਨਾ ਹੋਵੇ, ਡੇਂਜਰ ਟੂ ਲਾਈਫ ਨਾ ਆਵੇ, ਜਿੱਥੇ ਜਿਵੇਂ ਇੱਕ ਜ਼ਿੰਦਗੀ ਦੇ ਖਤਰਾ ਨਾ ਹੋਵੇ। ਠੀਕ ਹੈ ਜੀ, ਤੇ ਹੁਣ ਸਿਰ ਤੇ ਮਾਰਨ ਦਾ ਤਾਂ ਹੈ ਹੀ ਨਹੀਂ ਬਿਲਕੁਲ। ਹੁਣ ਤੁਸੀਂ ਛਾਤੀ ਤੇ ਮਾਰੋਗੇ, ਕੋਈ ਹਾਰਟ ਪੰਪ ਕਰਨ ਤੋਂ ਵੀ ਰੁਕ ਸਕਦਾ ਕਿਸੇ ਮਾੜੇ ਬੰਦੇ ਦਾ ਜੀ। ਪਿੱਠ ਤੇ ਮਾਰ ਦਿੰਦੇ ਨੇ, ਲੱਤਾਂ ਤੇ ਮਾਰ ਦਿੰਦੇ ਨੇ, ਹਿੱਪ ਤੇ ਮਾਰ ਦਿੰਦੇ ਨੇ। ਔਰ ਉਹ ਸੋਟੀਆਂ ਵੀ ਇਹ ਕਿਸਮ ਦੀਆਂ ਹੁੰਦੀਆਂ ਨੇ, ਡਾਂਗਾਂ ਵੀ ਉਹ ਪਲਾਸਟਿਕ ਦੀਆਂ ਆ ਗਈਆਂ ਹੁਣ ਬਿਲਕੁਲ। ਠੀਕ ਹੈ ਜੀ, ਔਰ ਬੈਂਤ ਦੀਆਂ ਆ ਗਈਆਂ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ। ਸੋ ਇਹ ਚੀਜ਼ ਹੈ ਵੀ ਉਹ ਜਿਹੜਾ ਬਲ ਹੈ ਉਹ ਕਿਸੇ ਲਿਮਿਟ 'ਚ ਪ੍ਰਯੋਗ ਕਰਨਾ ਹੁੰਦਾ। ਉਹਦਾ ਕੋਈ ਪ੍ਰੋਟੋਕੋਲ ਆ, ਉੱਥੇ ਮੁੜ ਕੇ ਉੱਥੇ ਹੀ ਗੱਲ ਆਈ ਜਾਂਦੀ ਹੈ ਵੀ ਉਹ ਪ੍ਰੋਟੋਕੋਲ ਤਾਂ ਉੱਥੇ ਕੋਈ ਫੋਲੋ ਹੋਇਆ ਨਹੀਂ ਹੈ। ਠੀਕ ਹੈ ਨਾ ਸਰ, ਇੱਕ ਗੱਲ ਹੋਰ, ਆਮ ਪਬਲਿਕ ਦੇ ਵਿੱਚ ਵੀ, ਨਾ ਸਿਰਫ ਹਰਿਆਣਾ ਸਗੋਂ ਤੇ ਪੰਜਾਬ ਦੀ ਆਮ ਪਬਲਿਕ ਦੇ ਵਿੱਚ ਵੀ ਕਾਫੀ ਰੋਸ ਹੈਗਾ। ਹਰਿਆਣਾ ਤੱਕ ਜਾਮ ਵੀ ਕੀਤਾ ਗਿਆ, ਉਸ ਤੋਂ ਅਗਲੇ ਦਿਨ ਪੰਜਾਬ ਵੀ ਇੱਕ ਕਾਲ 'ਤੇ 2 ਘੰਟੇ ਲਈ ਜਾਮ ਕੀਤਾ ਗਿਆ। ਪਰ ਇੱਕ SHO ਦਾ ਬੜਾ ਨਿਕਲ ਕੇ ਸਾਹਮਣੇ ਆ ਰਿਹਾ, ਉਹਨੂੰ ਗਦਾਰ ਕਿਹਾ ਜਾ ਰਿਹਾ, ਉਹਨੂੰ ਕਿਸਾਨਾਂ ਦਾ ਕਾਤਲ ਤੱਕ ਕਿਹਾ ਜਾ ਰਿਹਾ। 2 ਪੱਖ ਨੇ। ਕੁਝ ਲੋਕ ਕਹਿੰਦੇ ਕਿ ਉਹ ਆਪਣੀ ਡਿਊਟੀ ਕਰ ਰਿਹਾ ਸੀ, ਜੋ ਉਹਨੂੰ ਸੀਨੀਅਰ ਆਫੀਸਰਸ ਵੱਲੋਂ ਸੀਗਾ ਕਿ ਤੁਹਾਡੀ ਇਹ ਜੋਬ ਹੈਗੀ। ਇੱਕ ਕਹਿੰਦੇ ਕਿ ਜਦੋਂ ਅਨਾਜ ਉਹ ਖਾਂਦਾ, ਕਿਸਾਨਾਂ ਦਾ ਖਾਂਦਾ, ਤਾਂ ਇੰਨੀ ਵਹਿਸ਼ੀ ਤਰੀਕੇ ਨਾਲ ਕੁੱਟਣਾ ਕਿਸਾਨਾਂ ਨੂੰ ਕਿਤੇ ਨਾ ਕਿਤੇ ਉਸ ਦਾ ਇੱਕ ਗੁਨਾਹ ਸੀਗਾ। ਦੇਖੋ, ਇੱਕ ਨਾ ਕਹਾਵਤ ਆ ਆਪਣੇ ਪੰਜਾਬੀਆਂ 'ਚ, ਕਹਿੰਦੇ ਆਪ ਦਾ ਜੇ ਮਾਰੇ ਨਾ, ਜੇ ਆਪ ਦਾ ਮਾਰ ਕੇ ਸਿੱਟੂਗਾ ਤਾਂ ਉਹ ਛਾਂ 'ਚ ਹੀ ਸਿੱਟੂਗਾ। ਇੱਕ ਨਾ ਪ੍ਰਜ਼ੰਪਸ਼ਨ ਆ ਜਾਂਦੀ ਹੈ ਵੀ ਇਹ ਮੇਰਾ ਆਪ ਦਾ ਹੈ। ਠੀਕ ਹੈ ਨਾ। ਉੱਥੇ ਇਕੱਲਾ ਉਹ SHO ਨਹੀਂ ਸੀ, ਉੱਥੇ ਬਹੁਤ ਲੋਕ ਸੀਗੇ, ਉੱਥੇ ਪੁਲਿਸ ਵਾਲੇ ਬਹੁਤ ਸੀ, ਬਹੁਤ ਸੱਟਾਂ ਵੀ ਮਾਰੀਆਂ ਨੇ ਉਹਨਾਂ ਨੇ। ਉਹ ਬੰਦੇ ਨੂੰ ਟਾਰਗੇਟ ਕੀਤਾ, ਲੋਕਾਂ ਦੇ ਇਮੋਸ਼ਨ ਜੁੜੇ ਹੋਏ ਆ। ਇਮੋਸ਼ਨਸ ਕਰਕੇ ਹੀ ਮੇਰਾ ਇਹੀ ਸਵਾਲ ਹੈ ਕਿ ਜਦੋਂ ਕਿ ਹੋਰ ਹਜ਼ਾਰਾਂ ਪੁਲਿਸ ਮੁਲਾਜ਼ਮ ਸੀਗੇ, ਹੋਰ ਟਾਰਗੇਟ ਨਹੀਂ ਹੋਏ, ਇੱਕ ਸਰਦਾਰ ਹੋਣ ਕਰਕੇ ਉਸ SHO ਨੂੰ ਕਿਉਂ ਟਾਰਗੇਟ ਇੰਨਾ ਲੋਕਾਂ ਵੱਲੋਂ ਕੀਤਾ ਜਾ ਰਿਹਾ? ਉਹ ਤਾਂ ਟਾਰਗੇਟ ਕੀਤਾ ਜਾ ਰਿਹਾ, ਉਹਨੂੰ ਉਹ ਤੋਂ ਪ੍ਰਜ਼ੰਪਸ਼ਨ ਨਹੀਂ ਬਣਦੀ, ਉਹਨੂੰ ਪ੍ਰਜ਼ਿਊਮ ਨਹੀਂ ਕਰ ਪਾ ਰਹੇ। ਪ੍ਰਜ਼ੰਪਸ਼ਨ ਬਣਦੀ ਨਹੀਂ ਵੀ ਤੂੰ ਇੱਕ ਕਿਸਾਨ ਹੋਣ ਦੇ ਨਾਤੇ ਤੂੰ ਸਾਨੂੰ ਕੁੱਟ ਰਿਹਾ। ਦੇਖੋ ਉੱਥੇ ਗੱਲਾਂ ਪਤਾ ਕੀ ਆ ਜਾਂਦੀਆਂ ਨੇ ਜੀ। ਹੁਣ ਕਈ ਜਦੋਂ ਮੰਨ ਲਓ ਅਟੈਕ ਹੁੰਦੇ ਨੇ ਕਈ ਕਿਸਮ ਦੇ, ਠੀਕ ਹੈ, ਬੰਦਾ ਉਹ ਆਪਦੀ ਨੌਕਰੀ ਕਰ ਰਿਹਾ, ਠੀਕ ਹੈ, ਡਿਊਟੀ ਕਰ ਰਿਹਾ, ਪਰ ਉਹਦਾ ਜਿਹੜਾ ਤਰੀਕਾ ਸੀ ਨਾ ਜੀ, ਤਰੀਕਾ ਮਤਲਬ ਕਿ ਸਭ ਤੋਂ ਜ਼ਿਆਦਾ ਐਕਟਿਵ ਸੀ ਉਹ। ਤਾਂ ਹੀ ਮੈਂ ਕਹਿੰਦਾ ਟਾਰਗੇਟ ਜ਼ਿਆਦਾ ਉਹ ਸਭ ਤੋਂ ਜ਼ਿਆਦਾ ਐਕਟਿਵ ਸੀਗਾ। ਅਤੇ ਲੋਕਾਂ ਦੇ ਇੰਡੀਆ ਨਹੀਂ ਜੀ, ਵਰਲਡ ਵਾਈਡ ਇਹ ਉਹ ਜਿਹੜੀਆਂ ਪਿਕਚਰ ਹੈ, ਹਰਜਿੰਦਰ ਸਿੰਘ ਆਪਣਾ ਖਹਿਰਾ ਜਿਹੜਾ ਨਾਂ ਹੈ ਮੇਰਾ ਖਿਆਲ ਉਹਦਾ ਜੀ, ਠੀਕ ਹੈ ਜੀ, ਉਹ ਹਾਈਲਾਈਟ ਹੋਇਆ ਕਿਉਂਕਿ ਸਭ ਤੋਂ ਜ਼ਿਆਦਾ ਐਕਟਿਵ ਹੈ, ਉਹ ਸਭ ਤੋਂ ਜ਼ਿਆਦਾ ਅੱਗੇ ਆ। ਔਰ ਅਗਲੀ ਗੱਲ, ਉਹਦੀ ਗੱਲ ਤਾਂ ਚੁੱਭਦੀ ਹੈ ਜ਼ਿਆਦਾ, ਉਹਨੇ ਪੱਗ ਸਿਰ 'ਤੇ ਸਜਾਈ ਹੋਈ ਹੈ। ਔਰ ਇੱਕ ਨਿਹੱਥਾ ਬੰਦਾ, ਜੋ 2-3 ਕਲਿੱਪਸ ਸਾਹਮਣੇ ਆਈਆਂ ਨੇ, ਉਹ ਮਤਲਬ ਕਿ ਜਦੋਂ ਖੜਾ ਉਹਨੂੰ ਕੁੱਟਣ ਦੀ ਲੋੜ ਨਹੀਂ ਉੱਥੇ, ਜਿੱਥੇ ਇੱਕ ਸਕੂਟਰ ਖੜਾ ਨਾ ਆਰਾਮ ਨਾਲ ਖੜਾ, ਉਹਨੂੰ ਉੱਥੇ ਡਾਂਗ ਮਾਰਨ ਦੀ ਲੋੜ ਨਹੀਂ ਉੱਥੇ, ਫਿਰ ਵੀ ਉੱਥੇ ਡਾਂਗ ਮਾਰ ਰਿਹਾ। ਉਹ ਅਣਮਨੁੱਖੀ ਤਸ਼ੱਦਦ ਹੀ ਕਹਿ ਸਕਦੇ ਆਪਾਂ। ਲੋਕਾਂ ਦੀਆਂ ਜਿਹੜੀਆਂ ਫੀਲਿੰਗਸ ਨੇ ਹਾਰਟ ਹੋਈਆਂ ਨੇ, ਹਾਰਟ ਹੋਣੀਆਂ ਬਣਦੀਆਂ ਵੀ ਨੇ, ਕਿਉਂਕਿ ਬਾਈ ਜੀ ਇਹ ਚੀਜ਼ਾਂ ਪ੍ਰਜ਼ਿਊਮ ਨਹੀਂ ਕੀਤੀਆਂ ਜਾਂਦੀਆਂ। ਉਸ ਤੋਂ ਬਾਅਦ ਹਰਜਿੰਦਰ ਸਿੰਘ ਦੇ ਉੱਪਰ ਉਸ ਦੇ ਪਿੰਡ ਵਾਲਿਆਂ ਵੱਲੋਂ ਜਾਂ ਕਿਸਾਨ ਜਥੇਬੰਦੀਆਂ ਵੱਲੋਂ ਕਹਿ ਲਈਏ ਇੱਕ ਐਕਸ਼ਨ ਲਿਆ ਗਿਆ ਕਿ ਸਮਾਜਿਕ ਤੌਰ 'ਤੇ ਬਾਈਕਾਟ ਕਰ ਦਿੱਤਾ ਗਿਆ ਹਰਜਿੰਦਰ ਦਾ ਅਤੇ ਉਸ ਦੇ ਪਰਿਵਾਰ ਦਾ। ਹੁਣ ਕਾਨੂੰਨ ਦੇ ਵਿੱਚ ਤਾਂ ਅਜਿਹਾ ਕੁਝ ਨਹੀਂ ਹੈ ਕਿ ਤੁਸੀਂ ਅਗਲੇ ਨੂੰ ਸਮਾਜ ਦੇ ਵਿੱਚੋਂ ਕੱਢ ਦਿਓ ਜਾਂ ਇਸ ਤਰ੍ਹਾਂ ਦਾ ਅਧਿਕਾਰ। ਫਿਰ ਇੱਥੇ ਤਾਂ ਕਿਤੇ ਕਿਸਾਨ ਯੂਨੀਅਨਾਂ ਦਾ ਇਹ ਫੈਸਲਾ ਤਾਂ ਨਹੀਂ ਕਿਤੇ ਗਲਤ ਹੋ ਗਿਆ? ਦੇਖੋ, ਜਿਹੜਾ ਆ ਨਾ ਰੋਟੀ ਬੇਟੀ ਦੀ ਜਿਹੜਾ ਇਹ ਸਾਨੂੰ ਕੌਨਸਟੀਟਿਊਸ਼ਨ ਵੀ ਨਹੀਂ ਦਿੰਦਾ ਇਹਦੀ ਇਜਾਜ਼ਤ। ਤੁਸੀਂ ਕਿਸੇ ਨਾਲ ਕੋਈ ਕਿਸੇ ਕਿਸਮ ਦਾ ਵਿਤਕਰਾ ਕਰਕੇ ਤੁਸੀਂ ਉਹਨੂੰ ਛੇਕ ਨਹੀਂ ਸਕਦੇ। ਠੀਕ ਹੈ, ਚਲੋ ਕੋਈ ਕਸਟਮ ਹੋਣਾ ਉੱਥੇ, ਉਹਨਾਂ ਦੇ ਕਸਟਮ ਹੋਊਗਾ। ਇਹ ਆਪਣੇ 20 ਕਸਟਮ ਹੁੰਦੇ ਸੀ ਪਹਿਲਾਂ ਇਹ, ਪਰ ਇਹ ਕੌਨਸਟੀਟਿਊਸ਼ਨ ਦੇ ਵਿੱਚ ਸਾਨੂੰ ਲਾਅ ਦੇ ਵਿੱਚ ਇਹ ਚੀਜ਼ਾਂ ਸਮਾਪਤ ਕਰਤੀਆਂ ਹੋਈਆਂ ਨੇ। ਕਦੋਂ ਦੀਆਂ? ਵੀ ਤੁਸੀਂ ਕਿਸੇ ਨੂੰ ਨਹੀਂ ਛੇਕ ਸਕਦੇ, ਆਪਣੇ ਉਹਦੇ ਵਿੱਚੋਂ ਨਹੀਂ ਛੇਕ ਸਕਦੇ, ਆਪਣੀ ਕਿਸੇ ਨਾਲ ਵਿਤਕਰਾ, ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ ਤੁਸੀਂ ਕਿਸੇ ਕਿਸਮ ਦਾ। ਚਲੋ ਉਹਨਾਂ ਦੀਆਂ ਫੀਲਿੰਗ ਹਰਟ ਹੋਈਆਂ ਨੇ, ਪਰ ਉੱਥੇ ਇੱਕ ਗੱਲ ਹੋਰ ਵੀ ਆਉਂਦੀ ਹੈ, ਜੋ ਉਹਨਾਂ ਨੇ ਕੀਤਾ ਉਹ ਉਹਨਾਂ ਦਾ ਟਰਡੀਸ਼ਨ ਵੀ ਹੋ ਸਕਦੀ ਹੈ, ਕੋਈ ਕਸਟਮ ਵੀ ਹੋ ਸਕਦਾ ਹੈ। ਅਗਲੀ ਗੱਲ, ਪਰ ਜੇ ਉਹਨਾਂ ਨੇ ਕਰਤਾ ਉੱਥੇ ਹਰਜਿੰਦਰ ਸਿੰਘ ਖਹਿਰਾ ਦਾ, ਇਹ ਪਰਿਵਾਰ ਦਾ ਕੋਈ ਵੀ ਮੈਂਬਰ ਜਾਂ ਹਰਜਿੰਦਰ ਸਿੰਘ ਖਹਿਰਾ ਨੂੰ ਸਾਹਮਣੇ ਆ ਕੇ ਕੋਈ ਨਾ ਕੋਈ ਸਫਾਈ ਜ਼ਰੂਰ ਦੇ ਦੇਣੀ ਚਾਹੀਦੀ ਸੀਗੀ ਕਿ ਮੈਂ ਆਹ ਰੀਜ਼ਨ ਹੈ, ਮੈਂ ਡਿਊਟੀ ਬੰਦ ਸੀਗਾ, ਮੈਂ ਕਿਸ ਤਰ੍ਹਾਂ ਸੀਗਾ, ਮੈਂ ਕਿਸ ਤਰ੍ਹਾਂ ਸੀ। ਦੇਖੋ, ਡਿਊਟੀ ਬੰਦ ਇਕੱਲਾ ਹਰਜਿੰਦਰ ਸਿੰਘ ਨਹੀਂ ਸੀ ਉੱਥੇ, ਹੋਰ ਵੀ ਮੁਲਾਜ਼ਮ ਸੀਗੇ ਉੱਥੇ, ਹੋਰ ਵੀ ਮੁਲਾਜ਼ਮ ਸੀਗੇ, ਪਰ ਇਹ ਥੋੜ੍ਹਾ ਜ਼ਿਆਦਾ ਐਕਟਿਵ ਹੋਏ ਸੀਗਾ ਉੱਥੇ, ਅਤੇ ਇਸ ਲਈ ਲੋਕਾਂ ਦੀਆਂ ਫੀਲਿੰਗ ਤਾਂ ਹਰਟ ਹੋਈਆਂ ਨੇ ਜੀ। ਸਰ, ਕਾਨੂੰਨੀ ਤੌਰ 'ਤੇ ਦੇਖੀਏ, ਇੱਕ ਦੀ ਜਾਨ ਚਲੀ ਗਈ ਆ। ਕਿਸਾਨਾਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਕਿ SDM ਦੇ ਉੱਪਰ ਡਿਸਮਿਸ ਕਰਕੇ ਜਿਹੜਾ 302 ਦਾ ਮੁਕੱਦਮਾ, ਮੈਂ ਮਾਫੀ ਚਾਹੁੰਦਾ, 302 ਦਾ ਮੁਕੱਦਮਾ ਜਿਹੜਾ ਦਰਜ ਕੀਤਾ ਜਾਣਾ ਚਾਹੀਦਾ। ਕਿ ਇਸ ਤਰ੍ਹਾਂ
ਐਸਡੀਐਮ ਦੀ ਵੀਡੀਓ ਵਾਇਰਲ ਹੋਣ ਦੇ ਨਾਲ ਇਸ ਤਰ੍ਹਾਂ ਕੋਈ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਬਣਦਾ ਕਿ ਉਸ ਮੌਤ ਦੀ ਜ਼ਿੰਮੇਵਾਰ ਜਿਹੜਾ ਐਸਡੀਐਮ ਸਾਹਿਬ ਨੂੰ ਠਹਿਰਾਇਆ ਜਾ ਸਕਦਾ ਜਾਂ ਹਰਜਿੰਦਰ ਸਿੰਘ ਖਹਿਰਾ ਨੂੰ ਠਹਿਰਾਇਆ ਜਾ ਸਕਦਾ? ਦੇਖੋ ਮੈਂ ਇੱਕ ਗੱਲ ਕਹਿਣਾ, ਇੱਕ ਜ਼ਿੰਮੇਵਾਰੀ ਹੁੰਦੀ ਹੈ, ਹੂ ਇਜ਼ ਰਿਸਪੌਂਸੀਬਲ। ਉੱਥੇ ਜਿਹੜਾ ਪ੍ਰਸ਼ਾਸਨ ਨੂੰ ਜਵਾਬਦੇਹ ਹੈ ਆਪਣੇ ਉੱਤੇ ਅਫਸਰਾਂ ਨੂੰ, ਉੱਥੇ ਮੌਕੇ ਦਾ ਅਫਸਰ ਹੈਗਾ ਐਸਡੀਐਮ। ਉਹਨੇ ਆਰਡਰ ਦਿੱਤਾ ਵੀ ਜਾਓ ਜਾ ਕੇ ਸਿਰ ਖੋਲ ਦਿਓ ਉਹਨਾਂ ਦੇ। ਮਤਲਬ ਜਾਇਜ਼ ਹੈਗੀ ਕਿਸਾਨਾਂ ਦੀ ਇਹ ਮੰਗ ਜੋ? ਬਿਲਕੁਲ ਜਾਇਜ਼ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਉੱਥੇ ਇੰਟੈਂਸ਼ਨ ਹੈ ਉਹਦੀ। ਉਹਨੇ ਉਹਨੂੰ ਪਤਾ ਹੈ ਵੀ ਉਹਨੂੰ ਪਤਾ ਹੈ ਵੀ ਮੈਂ ਆਰਡਰ ਦੇ ਰਿਹਾ, ਸਿਰ ਖੁੱਲੂਗਾ, ਉਹ ਡੇਂਜਰ ਟੂ ਲਾਈਫ ਹੋਊਗਾ। ਦੇਖੋ ਸਿਰ ਖੋਲ੍ਹਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਜੇ ਕਿਸੇ ਦੇ ਸਿਰ 'ਚ ਮਾਰ ਦਿਓ ਸਿਰ ਖੁੱਲੂਗਾ ਤਾਂ ਕਲੀਅਰ ਕੱਟ ਡੇਂਜਰ ਟੂ ਲਾਈਫ ਤਾਂ ਆਉਣਾ ਹੀ ਆਉਣਾ। ਡੇਂਜਰ ਟੂ ਲਾਈਫ ਆਉਣਾ ਤਾਂ ਹੁਣ ਤੁਹਾਡੇ ਸਾਹਮਣੇ ਇੱਕ ਬੰਦੇ ਦੀ ਡੈਥ ਵੀ ਹੋਈ ਹੈ, ਇੱਕ ਦੀ ਨਿਗਾਹ ਗਈ ਹੈ, ਇੱਕ ਦੇ ਨੱਕ ਦੀ ਹੱਡੀ ਟੁੱਟੀ ਹੈ। ਉਹ ਮਤਲਬ ਕਿ ਸਿੰਪਲ ਇੰਜਰੀ ਨਾਲ ਤਾਂ ਇਹ ਕੰਮ ਹੋ ਨਹੀਂ ਸਕਦਾ। ਠੀਕ ਹੈ ਨਾ ਜੀ? ਜ਼ਿਆਦਾ ਤਸ਼ੱਦਦ ਜੇਕਰ ਹੋਇਆ ਤਾਂ ਹੀ ਇੰਨਾ ਭਿਆਨਕ। ਉੱਥੇ ਇੱਕ ਚੀਜ਼ ਆ ਜਾਂਦੀ ਹੈ ਇੰਟੈਂਸ਼ਨ ਬੰਦੇ ਦੀ, ਕਿਉਂਕਿ 302 ਹੈ ਜਿਹੜੀ ਇੰਟੈਂਸ਼ਨ ਬਿਨਾਂ ਤਾਂ ਲੱਗਦੀ ਨਹੀਂ ਹੈਗੀ, ਸਿੱਧੀ ਗੱਲ ਹੈ। ਪਰ ਇਹਨੂੰ ਆਪਾਂ ਇਸ ਨਜ਼ਰੀਏ ਨਾਲ ਵੀ ਦੇਖ ਸਕਦੇ ਹਾਂ ਵੀ ਉਹ ਜਦੋਂ ਗਏ ਹੀ ਮਿੱਥ ਕੇ ਨੇ ਵੀ ਤੁਸੀਂ ਸਿਰ ਪਾੜਨੇ ਉਹਨਾਂ ਦੇ, ਔਰ ਉੱਥੇ ਬੰਦੇ ਦਾ ਜੇ ਕਤਲ ਹੋ ਜਾਂਦਾ ਤਾਂ ਬਿਲਕੁਲ ਇਹ ਜਵਾਬ ਦੇ ਬਣਦੇ ਨੇ ਪ੍ਰਸ਼ਾਸਨ। ਮਤਲਬ ਕਿਸਾਨ ਯੂਨੀਅਨਾਂ ਦੀ ਇਨ ਦਾ ਐਂਡ ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜੀ ਉਹਨਾਂ ਦੀ ਮੰਗ ਹੈਗੀ ਬਿਲਕੁਲ ਉਹ ਪਰਚ ਦਰਜ ਕਾਨੂੰਨ ਦੇ ਹਿਸਾਬ ਨਾਲ ਵੀ ਦਰਜ ਹੋਣਾ ਜਿਹੜਾ ਬਣਦਾ। ਬਿਲਕੁਲ, ਕਿਉਂਕਿ ਇਹ ਘਟਨਾਕ੍ਰਮ ਦੀ ਪੂਰੀ ਜ਼ਿੰਮੇਵਾਰੀ ਐਸਡੀਐਮ ਦੀ ਹੈ। ਉਹਨੇ ਤੁਗਲਕੀ ਫਰਮਾਨ ਦੇ ਕੇ ਉੱਥੇ ਇੰਨਾ ਜੋ ਕਹਿਰ ਕੀਤਾ, ਇੱਕ ਬੰਦੇ ਦੀ ਵਾਰ-ਵਾਰ ਉਹੀ ਆਪਾਂ ਗੱਲਾਂ ਕਰਦੇ ਹਾਂ, ਆਪਾਂ ਉਹ ਕਤਲੇ ਕਹਾਂਗੇ ਜੀ ਇੱਕ ਕਿਸਮ ਦਾ, ਜਿਹੜਾ ਕੁੱਟਿਆ ਕਿਸੇ ਨੇ, ਠੀਕ ਹੈ ਨਾ ਜੀ, ਮਾਰਿਆ, ਠੀਕ ਹੈ, ਭੀੜ ਦੀ ਗੱਲ ਆ। ਪਰ ਜੋ ਜਿਹਨੇ ਆਰਡਰ ਦਿੱਤਾ ਸ਼ਰੇਆਮ ਵੀਡੀਓ ਕਲਮਬੰਦ ਹੈ, ਪ੍ਰੂਫ ਪਿਆ, ਠੀਕ ਹੈ ਨਾ ਜੀ, ਆਰਡਰ ਦੇ ਰਿਹਾ ਵੀ ਉੱਥੇ ਉਵੇਂ ਜੇ ਕੋਈ ਆਊਗਾ ਤਾਂ ਉਹਦਾ ਸਿਰ ਖੋਲ੍ਹਣਾ। ਉਹ ਤਾਂ ਅੱਗੇ ਗਏ ਵੀ ਨਹੀਂ ਤਾਂ ਵੀ ਉਹਨਾਂ ਦੇ ਸਿਰ ਖੋਲ੍ਹੇ ਨੇ ਇਹਨਾਂ ਨੇ। ਬਹੁਤ ਬਹੁਤ ਸ਼ੁਕਰੀਆ ਸਰ, ਆਪਣਾ ਕੀਮਤੀ ਸਮਾਂ ਸਾਡੇ ਨਾਲ। ਸ਼ੁਕਰੀਆ ਜੀ ਬਹੁਤ। ਸੋ ਪਿਆਰੇ ਦਰਸ਼ਕੋ, ਇਹ ਸਨ ਐਡਵੋਕੇਟ ਬੀਰਦਵਿੰਦਰ ਸਿੰਘ ਬਾਜਵਾ, ਜੋ ਹਰਿਆਣੇ ਦੇ ਵਿੱਚ ਪਿਛਲੇ ਦਿਨੀ ਹੋਇਆ ਉਸ ਦੇ ਸੰਬੰਧ ਦੇ ਵਿੱਚ ਅਸੀਂ ਨੇ ਕਾਨੂੰਨੀ ਪੱਖ ਬਾਜਵਾ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਸਾਨ ਤੇ ਪੁਲਿਸ ਦੇ ਵਿੱਚੋਂ ਆਖਰ ਕੌਣ ਗਲਤ ਸੀ ਕੌਣ ਸਹੀ ਸੀ। ਤੁਸੀਂ ਨੇ ਬਾਜਵਾ ਸਾਹਿਬ ਦੇ ਵਿਚਾਰ ਸੁਣੇ, ਬਾਕੀ ਕਮੈਂਟਸ ਦੇ ਰਾਹੀਂ ਤੁਸੀਂ ਇਹਨਾਂ ਦੇ ਵਿਚਾਰਾਂ ਦੇ ਨਾਲ ਕਿੰਨੇ ਕੁ ਸਹਿਮਤ ਹੋ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਆਪਣੀ ਰਾਏ ਦੱਸਿਓ। ਤਦ ਤੱਕ ਲਈ ਪ੍ਰਾਈਡ ਪੰਜਾਬ ਟੀਵੀ ਦੇਖਦੇ ਰਹੋ। ਮੈਨੂੰ ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।